Good morning, students. In this lecture, we discuss main features of Indian foreign trade. ਇੰਡੀਪੈਂਡੈਂਸ ਤੋਂ ਬਾਅਦ ਇੰਡੀਅਨ ਦੇ ਫੋਰਨ ਟ੍ਰੇਡ ਦੇ ਵਿੱਚ ਬਹੁਤ ਹੀ ਜ਼ਿਆਦਾ ਸਿਗਨੀਫੀਕੈਂਟਲੀ ਚੇਂਜਸ ਆਏ। ਫਸਟ ਪੁਆਇੰਟ ਇਜ਼ ਇਨਕਰੀਜ਼ਿੰਗ ਸ਼ੇਅਰ ਆਫ ਗ੍ਰੋਸ ਨੈਸ਼ਨਲ ਪ੍ਰੋਡਕਟ। ਇੰਡੀਆਜ਼ ਫੋਰਨ ਟ੍ਰੇਡ ਹੈਜ਼ ਗ੍ਰੇਟ ਸਿਗਨੀਫਿਕੈਂਸ ਫੋਰ ਇਟਸ GNP। ਇੰਡੀਆ ਦੇ ਫੋਰਨ ਟ੍ਰੇਡ ਦਾ ਬਹੁਤ ਹੀ ਗ੍ਰੇਟ ਸਿਗਨੀਫਿਕੈਂਸ ਇਫੈਕਟ ਪੈਂਦਾ ਉਸਦੇ GNP ਦੇ ਉੱਪਰ। 1950 ਐਂਡ 51 ਦੇ ਵਿੱਚ ਇੰਡੀਆ ਦੇ ਫੋਰਨ ਟ੍ਰੇਡ ਦਾ, ਜਿਸ ਵਿੱਚ ਇੰਪੋਰਟਸ ਐਂਡ ਐਕਸਪੋਰਟ ਦੋਨੇ ਹੀ ਇਨਕਲੂਡਡ ਆ, ਉਸ ਦਾ ਗ੍ਰੋਸ ਨੈਸ਼ਨਲ ਪ੍ਰੋਡਕਟ ਦੇ ਵਿੱਚ ਜਿਹੜਾ ਪਾਰਟ ਸੀ ਉਹ 12% ਸੀ, ਸ਼ੇਅਰ ਉਹ 12% ਸੀ। 2017 ਅਤੇ 18 ਦੇ ਵਿੱਚ ਇਹ ਸ਼ੇਅਰ ਇਨਕਰੀਜ਼ ਕਰਕੇ 32.8% ਹੋ ਗਿਆ ਆਫ ਨੈਟ ਨੈਸ਼ਨਲ ਇਨਕਮ। Second point is less shares in world trade. Share of India's foreign trade in the world trade has been going down। कि world trade ਦੇ ਵਿੱਚ ਇੰਡੀਆ ਦੇ foreign trade ਦਾ ਜਿਹੜਾ ਸ਼ੇਅਰ ਆ ਉਹ ਹੌਲੀ ਹੌਲੀ ਘਟਦਾ ਜਾ ਰਿਹਾ ਹੈ। 1950 ਐਂਡ 51 ਦੇ ਵਿੱਚ ਵਰਲਡ ਟ੍ਰੇਡ ਦੇ ਵਿੱਚ ਇੰਡੀਆ ਦਾ ਜਿਹੜਾ ਟੋਟਲ ਐਕਸਪੋਰਟ ਵਿੱਚ ਸ਼ੇਅਰ ਸੀ ਉਹ ਸੀ ਜਸਟ 1.8%। ਐਂਡ ਟੋਟਲ ਇੰਪੋਰਟ ਟ੍ਰੇਡ ਦੇ ਵਿੱਚ ਜਿਹੜਾ ਸ਼ੇਅਰ ਸੀ ਉਹ 2% ਸੀ। ਬਟ ਇਨ 2017 ਐਂਡ 18 ਦੇ ਵਿੱਚ ਜਿਹੜਾ ਐਕਸਪੋਰਟ ਰੇਟ ਸੀ ਇੰਡੀਆ ਦਾ ਉਹ 2.1% ਹੋ ਗਿਆ ਐਂਡ ਇੰਪੋਰਟ ਰੇਟ 2.6%। ਥਰਡ ਪੁਆਇੰਟ ਇਜ਼ ਓਸ਼ਨਿਕ ਟ੍ਰੇਡਸ। ਮੋਸਟ ਆਫ ਇੰਡੀਆਜ਼ ਫੋਰਨ ਟ੍ਰੇਡ ਇਜ਼ ਬਾਈ ਸੀ। ਕਿ ਇੰਡੀਆ ਦਾ ਜਿਹੜਾ ਜ਼ਿਆਦਾਤਰ ਟ੍ਰੇਡ ਕੀਤਾ ਜਾਂਦਾ ਸੀ ਰੂਟਸ ਦੇ ਥਰੂ ਹੀ ਕੀਤਾ ਜਾਂਦਾ ਆ। ਇੰਡੀਆ ਜਿਹੜੇ ਉਸਦੇ ਨੇਬਰਿੰਗ ਕੰਟਰੀ ਆ ਉਹਨਾਂ ਦੇ ਨਾਲ ਜਿਹੜਾ ਇੰਡੀਆ ਦਾ ਟ੍ਰੇਡ ਆ ਉਹ ਬਹੁਤ ਹੀ ਘੱਟ ਆ। ਨੇਬਰਿੰਗ ਕੰਟਰੀ ਹੋ ਗਿਆ ਲਾਈਕ ਨੇਪਾਲ, ਅਫਗਾਨਿਸਤਾਨ, ਬਰਮਾ, ਸ਼੍ਰੀਲੰਕਾ, ਇਹਨਾਂ ਸਾਰਿਆਂ ਦੇ ਨਾਲ ਇੰਡੀਆ ਦਾ ਜਿਹੜਾ ਟ੍ਰੇਡ ਆ ਉਹ ਬਹੁਤ ਹੀ ਘੱਟ ਆ। ਐਂਡ ਇੰਡੀਆ ਦਾ ਜਿਹੜਾ 70% ਫੋਰਨ ਟ੍ਰੇਡ ਕੀਤਾ ਜਾਂਦਾ ਆ ਉਹ ਬਾਏ ਸੀ ਰੂਟਸ ਥਰੂ ਹੀ ਕੀਤਾ ਜਾਂਦਾ ਆ। ਫੋਰਥ ਪੁਆਇੰਟ ਇਜ਼ ਡਿਪੈਂਡੈਂਸ ਔਨ ਏ ਫਿਊ ਪੋਰਟਸ। ਇੰਡੀਆ ਦਾ ਫੋਰਨ ਟ੍ਰੇਡ ਜਿਹੜਾ ਮੇਨਲੀ ਹੈਂਡਲਡ ਕੀਤਾ ਜਾਂਦਾ ਆ ਮੁੰਬਈ, ਕੈਲਕੱਟਾ ਐਂਡ ਚੇਨਈ ਪੋਰਟਸ ਦੁਆਰਾ ਹੀ। ਇਹ ਇਸ ਕਰਕੇ ਜਿਹੜਾ ਜ਼ਿਆਦਾਤਰ ਇਹ ਜਿਹੜੇ ਪੋਰਟਸ ਆ ਜ਼ਿਆਦਾਤਰ ਬਿਜ਼ੀ ਹੀ ਰਹਿੰਦੇ ਆ। ਡਿਊਰਿੰਗ ਦੀ ਪਲੈਨਿੰਗ ਪੀਰੀਅਡ ਗਵਰਨਮੈਂਟ ਨੇ 3 ਹੋਰ ਪੋਰਟਸ ਨੂੰ ਡਿਵੈਲਪ ਕੀਤਾ ਇੰਡੀਆ ਦੇ ਵਿੱਚ, ਜਿਨ੍ਹਾਂ ਦਾ ਨਾਮ ਹੈਗਾ ਕਾਂਡਲਾ ਪੋਰਟਸ, ਕੋਚੀਨ ਪੋਰਟਸ ਐਂਡ ਵਿਸ਼ਾਖਾਪਟਨਮ ਪੋਰਟਸ। ਫਿਫਥ ਪੁਆਇੰਟ ਇਜ਼ ਇਨਕਰੀਜ਼ ਇਨ ਵੋਲਿਊਮ ਐਂਡ ਵੈਲਿਊ ਆਫ foreign trade. Since independence, volume and value of foreign trade have increased very much। ਇੰਡੀਪੈਂਡੈਂਸ ਤੋਂ ਬਾਅਦ ਇੰਡੀਆ ਦੇ ਫੋਰਨ ਟ੍ਰੇਡ ਦੇ ਵਿੱਚ ਬਹੁਤ ਹੀ ਜ਼ਿਆਦਾ ਇਨਕਰੀਮੈਂਟ ਆਈ। ਇੰਡੀਆ ਦੇ ਹੁਣ ਇੰਪੋਰਟ ਅਤੇ ਐਕਸਪੋਰਟਸ ਦੋਨੇ ਹੀ ਬਹੁਤ ਜ਼ਿਆਦਾ ਵੱਧ ਚੁੱਕੇ ਆ, ਉਹਨਾਂ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਆ ਚੁੱਕਿਆ ਹੈ। ਇਨ 1948 ਐਂਡ 49 ਦੇ ਵਿੱਚ ਟੋਟਲ ਫੋਰਨ ਟ੍ਰੇਡ ਜਿਹੜਾ ਸੀਗਾ ਉਸ ਟਾਈਮ ₹792 ਕਰੋੜ ਸੀ ਐਂਡ 2017 ਐਂਡ 18 ਦੇ ਵਿੱਚ ਇਹ ਰਾਈਜ਼ ਕਰਕੇ ਹੋ ਗਿਆ 49,57,548 ਕਰੋੜ ਰੁਪੀਜ਼ ਦਾ। ਸਿਕਸ ਪੁਆਇੰਟ ਇਜ਼ change in the composition of exports. After independence, there was change in the compositions of Indians export trade। ਇੰਡੀਪੈਂਡੈਂਸ ਤੋਂ ਬਾਅਦ ਇੰਡੀਆ ਦੇ ਜਿਹੜੇ ਐਕਸਪੋਰਟ ਟ੍ਰੇਡ ਦੇ ਕੰਪੋਜੀਸ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਸਿਗਨੀਫਿਕੈਂਟਲੀ ਚੇਂਜਸ ਆਏ। ਇੰਡੀਪੈਂਡੈਂਸ ਤੋਂ ਪਹਿਲਾਂ ਇੰਡੀਆ ਜ਼ਿਆਦਾਤਰ ਜਿਹੜਾ ਐਗਰੀਕਲਚਰ ਪ੍ਰੋਡਕਟਸ ਆ ਉਹਨਾਂ ਦਾ ਐਕਸਪੋਰਟ ਕਰਦਾ ਸੀ। ਐਗਰੀਕਲਚਰ ਪ੍ਰੋਡਕਟਸ ਦੇ ਵਿੱਚ ਲਾਈਕ ਰॉ ਮਟੀਰੀਅਲ ਹੋ ਗਿਆ, ਜੂਟ, ਕਾਟਨ, ਟੀ, ਆਇਲ ਸੀਡਸ, ਲੈਦਰ, ਫੂਡ ਗ੍ਰੇਨਸ, ਕੈਸ਼ੀਓਜ਼, ਮਿਨਰਲਸ, ਇਹਨਾਂ ਸਾਰਿਆਂ ਦਾ ਇੰਡੀਪੈਂਡੈਂਸ ਤੋਂ ਪਹਿਲਾਂ ਜਿਹੜਾ ਇੰਡੀਆ ਸੀ ਉਹ ਐਕਸਪੋਰਟ ਕਰਦਾ ਸੀਗਾ। ਬਟ ਨਾਓ ਹੁਣ ਜਿਹੜਾ ਇੰਡੀਆ ਜ਼ਿਆਦਾਤਰ ਜਿਹੜਾ ਐਕਸਪੋਰਟ ਕਰਦਾ ਹੈ ਉਹ ਫਿਨਿਸ਼ਡ ਪ੍ਰੋਡਕਟਸ ਨੂੰ ਜ਼ਿਆਦਾ ਐਕਸਪੋਰਟ ਕਰਦਾ। ਫਿਨਿਸ਼ ਪ੍ਰੋਡਕਟਸ ਲਾਈਕ ਮਸ਼ੀਨਸ, ਰੈਡੀਮੇਡ ਗਾਰਮੈਂਟਸ, ਜੈਮਸ, ਜੁਐਲਰੀ, ਟੀ, ਜੂਟ ਪ੍ਰੋਡਕਟ, ਕੈਸ਼ੀਓਸ, ਇਲੈਕਟ੍ਰੋਨਿਕ ਗੁਡਸ। ਹੁਣ ਇੰਡੀਆ ਇਹ ਸਾਰੀਆਂ ਜਿਹੜੀਆਂ ਗੁਡਸ ਦਾ ਇਹਨਾਂ ਸਾਰੀਆਂ ਗੁਡਸ ਦਾ ਜ਼ਿਆਦਾ ਐਕਸਪੋਰਟ ਕਰਦਾ ਆ। Beside exports of services has increased tremendously. Seventh point is change in the composition of imports। ਇੰਡੀਪੈਂਡੈਂਸ ਤੋਂ ਬਾਅਦ ਇੰਡੀਆ ਦੇ ਜਿਹੜੇ ਇੰਪੋਰਟ ਟ੍ਰੇਡ ਦੇ ਕੰਪੋਜੀਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਚੇਂਜਸ ਆਏ।
ਇੰਡੀਪੈਂਡੈਂਸ ਤੋਂ ਪਹਿਲਾਂ ਇੰਡੀਆ ਜਿਹੜਾ ਜ਼ਿਆਦਾਤਰ ਫਿਨਿਸ਼ਡ ਪ੍ਰੋਡਕਟ ਸੀ ਉਹਨਾਂ ਦਾ ਇੰਪੋਰਟ ਕਰਦਾ ਸੀ। ਫਿਨਿਸ਼ਡ ਪ੍ਰੋਡਕਟਸ ਲਾਈਕ ਮੈਡੀਸਨਸ, ਕਲੋਥ, ਮੋਟਰ ਵਹੀਕਲ, ਇਲੈਕਟ੍ਰੀਕਲ ਗੁੱਡਸ ਹੋ ਗਈਆਂ, ਆਇਰਨ, ਸਟੀਲ, ਇਹਨਾਂ ਸਾਰਿਆਂ ਦਾ ਪਹਿਲਾਂ ਜ਼ਿਆਦਾ ਇੰਪੋਰਟ ਕੀਤਾ ਜਾਂਦਾ ਸੀ। ਬਟ ਆਫਟਰ ਇੰਡੀਪੈਂਡੈਂਸ ਜ਼ਿਆਦਾਤਰ ਜਿਹੜਾ ਇੰਪੋਰਟ ਆ ਉਹ ਪੈਟਰੋਲੀਅਮ ਪ੍ਰੋਡਕਟਸ ਹੋ ਗਿਆ, ਮਸ਼ੀਨਸ, ਗੋਲਡ, ਕੈਮੀਕਲ, ਫਰਟੀਲਾਈਜ਼ਰ, ਆਇਲ ਸੀਡਸ, ਰॉ ਮਟੀਰੀਅਲਸ, ਸਟੀਲਸ, ਹੁਣ ਇਹਨਾਂ ਜ਼ਿਆਦਾ ਚੀਜ਼ਾਂ ਦਾ ਇੰਪੋਰਟਸ ਕੀਤਾ ਜਾਂਦਾ ਆ ਇੰਡੀਆ ਦੇ ਵਿੱਚ। ਨੈਕਸਟ ਪੁਆਇੰਟ ਇਜ਼ direction of foreign trade. By direction of foreign trade of a country is meant the countries with whom it trades. Direction of foreign trade ਮਤਲਬ ਹੁੰਦਾ ਹੈ ਕਿ ਕੰਟਰੀ ਦਾ ਫੋਰਨ ਟ੍ਰੇਡ ਕਿਹਨਾਂ ਕੰਟਰੀਜ਼ ਦੇ ਨਾਲ ਜ਼ਿਆਦਾ ਹੁੰਦਾ ਆ। ਇੰਡੀਪੈਂਡੈਂਸ ਤੋਂ ਬਾਅਦ ਇੰਡੀਆ ਦੇ ਡਾਇਰੈਕਸ਼ਨ ਆਫ ਫੋਰਨ ਟ੍ਰੇਡ ਦੇ ਵਿੱਚ ਵੀ ਬਹੁਤ ਜ਼ਿਆਦਾ ਚੇਂਜ ਆਇਆ। ਮੇਨਲੀ ਵਰਲਡ ਵਾਰ 2 ਤੋਂ ਪਹਿਲਾਂ ਜਿਹੜਾ ਇੰਡੀਆ ਦਾ 1938 ਦੇ ਵਿੱਚ ਜਿਹੜਾ ਜ਼ਿਆਦਾਤਰ ਵਰਲਡ ਟ੍ਰੇਡ ਹੁੰਦਾ ਸੀ ਉਹ ਇੰਗਲੈਂਡ ਦੇ ਨਾਲ ਹੁੰਦਾ ਸੀ। ਉਸ ਟਾਈਮ ਅਬਾਊਟ ਇੰਡੀਆ ਜਿੰਨਾ ਟੋਟਲ ਟ੍ਰੇਡ ਕਰਦਾ ਸੀ ਉਸ ਵਿੱਚੋਂ 34% ਆਫ ਐਕਸਪੋਰਟ ਟ੍ਰੇਡ ਇੰਡੀਆ ਜਿਹੜਾ 34% ਐਕਸਪੋਰਟ ਸਿਰਫ ਇੰਗਲੈਂਡ ਨੂੰ ਹੀ ਕਰਦਾ ਸੀ। ਐਂਡ ਉਸ ਵਿੱਚ 31% ਆਫ ਇਟਸ ਇੰਪੋਰਟ ਜਿਹੜਾ ਇੰਡੀਆ ਦਾ 31% ਇੰਪੋਰਟ ਉਹ ਇੰਗਲੈਂਡ ਤੋਂ ਆਉਂਦਾ ਸੀਗਾ। ਆਫਟਰ ਇੰਡੀਪੈਂਡੈਂਸ ਇਸ ਦੇ ਵਿੱਚ ਬਹੁਤ ਜ਼ਿਆਦਾ ਰਿਡਕਸ਼ਨ ਆ ਗਈ। ਇਨ 2017 ਐਂਡ 18 ਦੇ ਵਿੱਚ ਇੰਗਲੈਂਡ ਨੂੰ ਜਿਹੜਾ ਇੰਡੀਆ ਐਕਸਪੋਰਟ ਕਰਦਾ ਸੀ ਉਹ ਜਸਟ ਘੱਟ ਕੇ ਸਿਰਫ ਰਹਿ ਗਿਆ 3.2%। ਐਂਡ ਉਸ ਤੋਂ ਜਿਹੜਾ ਇੰਪੋਰਟ ਰੇਟ ਕੀਤਾ ਜਾਂਦਾ ਸੀ ਉਹ ਘੱਟ ਕੇ ਸਿਰਫ 1% ਰਹਿ ਗਿਆ। 2017 ਅਤੇ 18 ਦੇ ਵਿੱਚ ਆਫਟਰ ਇੰਡੀਪੈਂਡੈਂਸ ਜਿਹੜਾ ਗਵਰਨਮੈਂਟ ਦਾ ਡਿਵੈਲਪਿੰਗ ਕੰਟਰੀਜ਼ ਦੇ ਨਾਲ ਫੋਰਨ ਟ੍ਰੇਡ ਬਹੁਤ ਜ਼ਿਆਦਾ ਇਨਕਰੀਜ਼ ਕਰ ਗਿਆ। 2017 ਅਤੇ 18 ਦੇ ਵਿੱਚ ਡਿਵੈਲਪਿੰਗ ਕੰਟਰੀਜ਼ ਦੇ ਨਾਲ ਇੰਡੀਆ ਦਾ ਜਿਹੜਾ ਐਕਸਪੋਰਟ ਸੀ ਉਹ ਸੀਗਾ 44.1% ਐਂਡ ਡਿਵੈਲਪਿੰਗ ਕੰਟਰੀ ਤੋਂ ਜਿਹੜਾ ਇੰਪੋਰਟ ਕੀਤਾ ਜਾਂਦਾ ਸੀ ਉਹ ਸੀਗਾ 44.5%। ਐਂਡ ਇਸ ਤੋਂ ਇਲਾਵਾ ਇੰਡੀਆ ਜ਼ਿਆਦਾਤਰ ਜਿਹੜਾ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟ ਕੰਟਰੀਜ਼ ਲਾਈਕ ਈਰਾਨ, ਇਰਾਕ, ਸਾਊਦੀ ਅਰਬੀਆ, ਇਹਨਾਂ ਦੇ ਨਾਲ ਵੀ ਇੰਡੀਆ ਦਾ ਜਿਹੜਾ ਫੋਰਨ ਟ੍ਰੇਡ ਸੀ ਉਹ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ। ਬਟ ਇੰਡੀਆਜ਼ ਫੋਰਨ ਟ੍ਰੇਡ ਵਿਦ ਈਸਟਰਨ ਯੂਰਪੀਅਨ ਕੰਟਰੀਜ਼ ਲਾਈਕ ਰਸ਼ੀਆ ਹੈਜ਼ ਗੋਨ ਡਾਊਨ ਕਿ ਰਸ਼ੀਆ ਦੇ ਨਾਲ ਜਿਹੜਾ ਫੋਰਨ ਟ੍ਰੇਡ ਸੀ ਉਹ ਘੱਟ ਚੁੱਕਿਆ ਹੈ ਇੰਡੀਆ ਦਾ। ਨੈਕਸਟ ਇਜ਼ ਬੈਲੈਂਸ ਆਫ ਟ੍ਰੇਡ। ਬਿਫੋਰ ਇੰਡੀਪੈਂਡੈਂਸ ਇੰਡੀਆਜ਼ ਬੈਲੈਂਸ ਆਫ ਟ੍ਰੇਡ ਵਾਜ਼ ਫੇਵਰੇਬਲ। ਇੰਡੀਪੈਂਡੈਂਸ ਤੋਂ ਪਹਿਲਾਂ ਇੰਡੀਆ ਦਾ ਜਿਹੜਾ ਬੈਲੈਂਸ ਆਫ ਟ੍ਰੇਡ ਸੀ ਉਹ ਜ਼ਿਆਦਾਤਰ ਫੇਵਰੇਬਲ ਹੀ ਸੀ। ਬਟ ਆਫਟਰ ਇੰਡੀਪੈਂਡੈਂਸ ਇਹ ਕਿ ਅਨਫੇਵਰੇਬਲ ਹੋ ਚੁੱਕਿਆ ਹੈ। ਅਤੇ ਅਨਫੇਵਰੇਬਲ ਬੈਲੈਂਸ ਆਫ ਪੇਮੈਂਟ ਕਦੋਂ ਹੁੰਦਾ ਹੈ ਬੈਲੈਂਸ ਆਫ ਟ੍ਰੇਡ ਜਦੋਂ ਇੰਡੀਆ ਦੇ ਇੰਪੋਰਟਸ ਉਸਦੇ ਐਕਸਪੋਰਟਸ ਨਾਲੋਂ ਜ਼ਿਆਦਾ ਹੋ ਜਾਂਦੇ ਆ। ਡਿਊਰਿੰਗ ਦਾ ਪੀਰੀਅਡ ਆਫ ਪਲੈਨਿੰਗ ਐਕਸੈਪਟ for 2 years 1972 to 73 and 1976 to 1977 ਇਹਨਾਂ 2 years ਤੋਂ ਇਲਾਵਾ ਬਾਕੀ ਸਾਰੇ ਪੀਰੀਅਡਸ ਦੇ ਵਿੱਚ ਜਿਹੜਾ ਇੰਡੀਆ ਦਾ ਬੈਲੈਂਸ ਆਫ ਟ੍ਰੇਡ ਆ ਉਹ ਅਨਫੇਵਰੇਬਲ ਹੀ ਰਿਹਾ ਪਲੈਨਿੰਗ ਪੀਰੀਅਡ ਦੇ ਵਿੱਚ ਵੀ। ਨੈਕਸਟ ਪੁਆਇੰਟ ਇਜ਼ ਡਿਪੈਂਡੈਂਟ ਟ੍ਰੇਡ। India's foreign trade depends mostly on foreign shipping companies, ਇੰਸ਼ੋਰੈਂਸ ਕੰਪਨੀ ਐਂਡ ਬੈਂਕਸ। ਇੰਡੀਆ ਦਾ ਜਿਹੜਾ ਜ਼ਿਆਦਾਤਰ ਫੋਰਨ ਟ੍ਰੇਡਸ ਆ ਉਹ ਫੋਰਨ ਸ਼ਿਪਿੰਗ ਕੰਪਨੀਜ਼ ਦੇ ਉੱਤੇ, ਇੰਸ਼ੋਰੈਂਸ ਕੰਪਨੀਜ਼ ਅਤੇ ਬੈਂਕਸ ਦੇ ਉੱਪਰ ਜ਼ਿਆਦਾ ਡਿਪੈਂਡ ਕਰਦਾ ਸੀ। ਬਟ ਆਫਟਰ ਇੰਡੀਪੈਂਡੈਂਸ ਗਵਰਨਮੈਂਟ ਨੇ ਇਸ ਫੋਰਨ ਟ੍ਰੇਡ ਦੇ ਇਸ ਆਸਪੈਕਟ ਦੇ ਵੱਲ ਸਪੈਸ਼ਲ ਅਟੈਂਸ਼ਨ ਦੀ ਪੇ ਕੀਤੀ। ਡਿਊਰਿੰਗ 5 year ਪਲੈਨਸ ਦੇ ਵਿੱਚ ਗਵਰਨਮੈਂਟਸ ਨੇ ਇੰਡੀਆ ਦੇ ਵਿੱਚ ਹੀ ਮੈਨੀ ਕਾਰਗੋ ਸ਼ਿਪਸ ਨੂੰ ਬਿਲਡ ਕੀਤਾ ਗਿਆ ਤਾਂ ਜੋ ਫੋਰਨ ਟ੍ਰੇਡ ਦੇ ਲਈ ਈਜ਼ੀ ਹੋ ਸਕੇ। Indian banks and insurance companies have also been paying their attentions to foreign trade. Next point is state control over foreign trade. Government ਨੇ ਇੱਕ policy ਬਣਾਈ ਸੀ export import policy. Under this ਐਕਸਪੋਰਟ ਇੰਪੋਰਟ ਪੋਲਿਸੀ ਗਵਰਨਮੈਂਟ ਨੇ ਨਾ ਜਿਹੜੇ ਪਹਿਲਾਂ ਫੋਰਨ ਟ੍ਰੇਡ ਦੇ ਉੱਪਰ ਬਹੁਤ ਜ਼ਿਆਦਾ ਕੰਟਰੋਲਸ ਹੁੰਦੇ ਸੀਗੇ ਉਹਨਾਂ ਨੂੰ ਰਿਲੈਕਸ ਕਰ ਦਿੱਤਾ ਗਿਆ ਅੰਡਰ ਦਿਸ ਪੋਲਿਸੀ। ਇਸ ਪੋਲਿਸੀ ਦਾ ਮੇਨ ਓਬਜੈਕਟਿਵ ਇਹ ਸੀ ਕਿ ਇੰਡੀਆ ਦੇ ਐਕਸਪੋਰਟਸ ਨੂੰ ਪ੍ਰਮੋਟ ਕਰਨਾ ਐਂਡ ਜਿਹੜੇ ਨੋਨ ਅਸੈਂਸ਼ੀਅਲ ਗੁੱਡਸ ਦੀਆਂ ਇੰਪੋਰਟਸ ਜ਼ਿਆਦਾ ਹੋ ਰਿਹਾ ਸੀ ਉਹਨਾਂ ਨੂੰ ਕੰਟਰੋਲ ਕਰਨਾ। ਇਸ ਦੇ ਲਈ ਸੈਵਰਲ ਇੰਸਟੀਟਿਊਸ਼ਨਸ ਨੂੰ ਸੈਟਅਪ ਕੀਤਾ ਗਿਆ ਸੀ ਤਾਂ ਜੋ ਐਕਸਪੋਰਟ ਨੂੰ ਇਨਕਰੀਜ਼ ਕੀਤਾ ਜਾ ਸਕੇ। ਇਹ ਇੰਸਟੀਟਿਊਸ਼ਨ ਸੀ ਲਾਈਕ ਬੋਰਡ ਆਫ ਟ੍ਰੇਡ, ਐਕਸਪੋਰਟ ਪ੍ਰਮੋਸ਼ਨ ਕੌਂਸਿਲ,
export inspection advisory councils, export credit and guarantee corporations, and directorate of exhibitions. Next point is foreign trade by government. With the view to conduct the foreign trade smoothly, government has set up many corporation. First is state trading corporation. ਇਸ ਨੂੰ 1956 ਦੇ ਵਿੱਚ ਸੈਟਅਪ ਕੀਤਾ ਗਿਆ ਸੀ। ਜਿਹੜਾ ਸਟੇਟ ਟ੍ਰੇਡਿੰਗ ਕਾਰਪੋਰੇਸ਼ਨ ਸੀ, ਇਹ ਜਿਹੜਾ ਸਮੋਲ ਸਕੇਲ ਇੰਡਸਟਰੀਜ਼ ਹੈਂਡੀਕ੍ਰਾਫਟ ਸੈਕਟਰ ਸੀ, ਉਹਨਾਂ ਨੂੰ ਐਕਸਪੋਰਟਸ ਤੇ ਇੰਪੋਰਟਸ ਦੇ ਲਈ ਉਹਨਾਂ ਨੂੰ ਨੈਸੈਸਰੀ ਸਪੋਰਟਸ ਪ੍ਰੋਵਾਈਡ ਕਰਦਾ ਹੁੰਦਾ ਸੀ। ਐਂਡ ਸੈਕਿੰਡ ਇਜ਼ ਮਿਨਰਲਸ ਐਂਡ ਮੈਟਲਸ ਟ੍ਰੇਡਿੰਗ ਕਾਰਪੋਰੇਸ਼ਨ। ਇਸ ਨੂੰ 1963 ਦੇ ਵਿੱਚ ਫਾਊਂਡ ਕੀਤਾ ਗਿਆ ਇਨ ਆਰਡਰ ਟੂ ਐਕਸਪੋਰਟ ਮਿਨਰਲਸ ਐਂਡ ਮੈਟਲਸ। ਇੰਡੀਆ ਦੇ ਵਿੱਚ ਟ੍ਰੇਡਿੰਗ ਕੰਪਨੀਜ਼ ਦੇ ਵਿੱਚ ਜਿਹੜਾ MMTC ਦੀ ਜਿਹੜੀ ਰੈਂਕ ਆ ਉਹ ਫਸਟ ਰੈਂਕ ਆ। 2017 ਐਂਡ 18 ਦੇ ਵਿੱਚ MMTC ਦੁਆਰਾ ਕੀਤਾ ਗਿਆ ਐਕਸਪੋਰਟ ਉਹ ਸੀਗਾ ₹1795 ਕਰੋੜ ਰੁਪੀਜ਼ ਦਾ, ਐਂਡ ਉਸਦੇ ਇੰਪੋਰਟ ਸੀਗੇ 11,878 ਕਰੋੜ ਰੁਪੀਜ਼ ਹੈ। Next point is 13, declining export import ratio. Export import ratio implies the percentage of total import bill that can be paid out of export earning. ਕਿ ਜਿਹੜਾ import bill ਹੁੰਦਾ ਆ ਉਸਨੂੰ ਅਸੀਂ ਕਿਹਦੇ ਵਿੱਚੋਂ ਪੇ ਕਰਦੇ ਹਾਂ? ਐਕਸਪੋਰਟ, ਜਿਹੜਾ ਅਸੀਂ ਆਪਣਾ ਐਕਸਪੋਰਟ ਕਰਦੇ ਉਸ ਦੇ ਨਾਲ ਸਾਨੂੰ ਅਰਨਿੰਗ ਹੁੰਦੀ ਆ, ਉਸ ਦੇ ਵਿੱਚੋਂ ਜਿਹੜਾ ਪੇਡ ਕੀਤਾ ਜਾਂਦਾ ਉਹਨਾਂ ਦੇ ਰੇਸ਼ੋ ਨੂੰ ਐਕਸਪੋਰਟ ਇੰਪੋਰਟ ਰੇਸ਼ੋ ਕਿਹਾ ਜਾਂਦਾ ਆ। ਰੀਸੈਂਟ ਈਅਰਸ ਵਿੱਚ ਜਿਹੜੀ ਐਕਸਪੋਰਟ ਇੰਪੋਰਟ ਰੇਸ਼ੋ ਉਹ ਡਿਕਲਾਈਨ ਕਰਦੀ ਜਾ ਰਹੀ ਹੈ। 95 ਐਂਡ 96 ਦੇ ਵਿੱਚ ਐਕਸਪੋਰਟ ਇੰਪੋਰਟ ਜਿਹੜਾ ਰੇਸ਼ੋ ਸੀ ਉਹ 87% ਸੀ। ਮੀਨਿੰਗ ਦੇਅਰ ਬਾਈ ਕਿ ਜਿਹੜਾ 30% ਆਫ ਟੋਟਲ ਇੰਪੋਰਟ ਸੀ ਉਸਦੀ ਜਿਹੜੀ ਉਸਦਾ ਜਿਹੜੀ ਪੇਮੈਂਟ ਕਰਨੀ ਸੀ ਜਾਂ ਤਾਂ ਉਸਨੂੰ ਫੋਰਨ ਲੋਨਸ ਦੇ ਥਰੂ ਕਰਨੀ ਸੀ ਜਾਂ ਫਿਰ ਡਰਾਇੰਗ ਫਰੋਮ ਫੋਰਨ ਐਕਸਚੇਂਜ ਰਿਜ਼ਰਵ ਔਰ ਮੈਟ ਥਰੂ ਗੇਨਸ ਔਨ ਟ੍ਰੇਡ ਇਨ ਸਰਵਿਸਿਜ਼। 2017 ਐਂਡ 18 ਦੇ ਵਿੱਚ ਜਿਹੜਾ ਇਹ ਰੇਸ਼ੋ ਫੋਲ ਕਰਕੇ 65.2% ਰਹਿ ਗਿਆ। ਦੈਟ ਮੀਨਸ ਕਿ 34.8% ਆਫ ਜਿਹੜਾ ਟੋਟਲ ਇੰਪੋਰਟ ਬਿੱਲ ਸੀ ਉਸਨੂੰ ਉਸਨੂੰ ਕਿਵੇਂ ਪੇ ਕਰਨਾ ਸੀ, ਜਾਂ ਤਾਂ ਫਿਰ ਟੇਕਿੰਗ ਫੋਰਨ ਲੋਨਸ, ਜਾਂ ਫਿਰ ਫੋਰਨ ਲੋਨਸ ਲੈ ਕੇ, ਜਾਂ ਫਿਰ ਫੋਰਨ ਐਕਸਚੇਂਜ ਰਿਜ਼ਰਵ ਜਿਹੜੇ ਕੰਟਰੀ ਦੇ ਉਹਨਾਂ ਨੂੰ ਡਰੋ ਕਰਕੇ। ਡਿਕਲਾਈਨਿੰਗ ਐਕਸਪੋਰਟ ਇੰਪੋਰਟ ਰੇਸ਼ੋ ਰਿਫਲੈਕਟਸ ਵੀਕਨੈਸ ਆਫ ਆਰ ਫੋਰਨ ਟ੍ਰੇਡ। ਜਿੰਨੀ ਐਕਸਪੋਰਟ ਇੰਪੋਰਟ ਰੇਸ਼ੋ ਘੱਟ ਹੋਏਗੀ ਉਨਾ ਹੀ ਸਾਡਾ ਫੋਰਨ ਟ੍ਰੇਡ ਜਿਹੜਾ ਕੰਟਰੀ ਦਾ ਆ ਉਹ ਕੀ ਵੀਕਨੈਸ ਹੋਏਗਾ।